Hello students, this is Jagdeep Singh. We are studying the bed number 29 chapter. This chapter is in the 10th class literature book. So until now what we have studied, ਆਪਾਂ ਹੁਣ ਤੱਕ ਕੀ ਪੜ੍ਹ ਲਿਆ? ਆਪਾਂ ਇਹ ਪੜ੍ਹਿਆ ਸੀ ਕਿ ਇੱਕ ਇਨਸਾਨ ਉਸਦਾ ਐਕਸੀਡੈਂਟ ਹੋ ਜਾਂਦਾ ਜਦੋਂ ਉਹ ਹਸਪੀਟਲ 'ਚ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਕਿ ਉਸਦੀ ਆਈਸਾਈਟ ਚਲੀ ਗਈ ਹੈ। ਉੱਥੇ ਇਸ ਨੂੰ ਇੱਕ ਹੋਰ ਇਨਸਾਨ ਮਿਲਦਾ ਜਿਸ ਦਾ ਨਾਮ ਕੀ ਹੁੰਦਾ ਨਈਮ, ਅਤੇ ਉਹ ਉਸ ਨੂੰ ਐਨਕਰੇਜ ਕਰਦਾ, ਉਸ ਨੂੰ ਪ੍ਰੇਰਿਤ ਕਰਦਾ ਕਿ ਉਸਨੂੰ ਜਿਹੜੀ ਇਹਦੀ ਪੇਂਟਿੰਗ ਹੈ, ਜਿਹੜੀ ਉਹਦੀ ਹੌਬੀ ਹੈ, ਉਸਨੂੰ ਉਹ ਦੁਬਾਰਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਤਾਂ ਜਦੋਂ ਉਹ ਕੋਈ ਪੇਂਟਿੰਗ ਬਣਾਉਂਦਾ ਤਾਂ ਉਹ ਉਸਦੀ ਕੀ ਕਰਦਾ, ਪ੍ਰਸ਼ੰਸਾ ਕਰਦਾ ਅਤੇ ਉਸ ਕਹਿੰਦਾ ਕਿ ਤੂੰ ਕੀ ਇੱਕ ਜੀਨੀਅਸ ਇਨਸਾਨ ਹੈ। ਸੋ ਨਾਓ ਵੀ ਵਿਲ ਸਟੱਡੀ ਫਰਦਰ। ਐਵਰੀ ਮੋਰਨਿੰਗ ਆਫਟਰ ਬ੍ਰੇਕਫਾਸਟ, ਹਰੇਕ ਮੋਰਨਿੰਗ ਬ੍ਰੇਕਫਾਸਟ ਤੋਂ ਬਾਅਦ ਨਈਮ ਵੁੱਡ ਕਮ ਟੂ ਮਾਈ ਬੈਡ। ਨਈਮ ਮੇਰੇ ਬੈੱਡ 'ਤੇ ਆ ਜਾਂਦਾ ਸੀ। in a dreamy voice he would describe a scene means ਇੱਕ ਜੋ ਬਹੁਤ ਵਧੀਆ ਵੋਇਸ ਮੀਨਸ ਡਰੀਮੀ ਆਪਾਂ ਕਹਿ ਸਕਦੇ ਹਾਂ ਕਿ ਜਿਹਦਾ ਆਪਾਂ ਜਿਸ ਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ, ਬਹੁਤ ਵਧੀਆ ਹੋਵੇ, ਉਸ ਆਵਾਜ਼ ਦੇ ਵਿੱਚ ਇੱਕ ਸੀਨ ਨੂੰ ਡਿਸਕ੍ਰਾਈਬ ਕਰਦਾ ਸੀ। ਵਿਚ ਆਈ ਵੁੱਡ ਵਰਕ ਫਰੋਮ ਡਾਨ ਟੂ ਡਸਕ, ਜਿਸ ਮਤਲਬ ਜਿਹਦੇ ਵਾਸਤੇ ਮੈਂ ਸਵੇਰੇ ਤੋਂ ਸ਼ਾਮ ਤੱਕ ਕੰਮ ਹੀ ਕਰਦਾ ਰਹਿੰਦਾ ਸੀ ਉਸ 'ਤੇ। ਡਾਨ ਟੂ ਡਸਕ ਦਾ ਮਤਲਬ ਹੁੰਦਾ, ਡਸਕ ਦਾ ਮਤਲਬ ਹੁੰਦਾ ਕਿ ਜਦੋਂ ਆਪਣੀ ਰਾਤ ਹੋ ਜਾਏ ਉਦੋਂ ਤੱਕ ਮੈਂ ਕੰਮ ਕਰਦਾ ਰਹਿੰਦਾ ਸੀ। ਐਜ਼ ਇਫ ਦਾ ਡੇ ਵੁੱਡ ਨੈਵਰ ਐਂਡ, ਅਤੇ ਇਹ ਸੋਚਦਾ ਸੀ ਕਿ ਦਿਨ ਕਦੇ ਖਤਮ ਨਾ ਹੋਵੇਗਾ। ਵਨ ਕੈਨਵਸ ਫਿਨਿਸ਼ਡ, ਜਦੋਂ ਇੱਕ ਪਰਦਾ ਫਿਨਿਸ਼ ਹੋ ਜਾਂਦਾ ਸੀ ਮੀਨਸ ਜਦੋਂ ਮੈਂ ਉਸ 'ਤੇ ਛਾਪ ਦਿੰਦਾ ਸੀ, ਐਂਡ ਅਨਦਰ ਸਟਾਰਟ, ਤਾਂ ਦੂਸਰਾ ਸ਼ੁਰੂ ਹੋ ਜਾਂਦਾ ਸੀ। ਇਟ ਵਾਜ਼ ਵੰਡਰਫੁਲ, ਇਹ ਬਹੁਤ ਹੀ ਵਧੀਆ ਸੀ। ਨਈਮ ਵੁੱਡ ਮੇਕ ਮੀ ਡਰੋ ਆਲ ਮੈਜਿਕ ਡ੍ਰੀਮ ਲੈਂਡ ਸੀਨਰੀ, ਨਈਮ ਨੇ ਮੈਨੂੰ ਮਤਲਬ ਹੁਣ ਇੱਥੋਂ ਤੱਕ ਬਣਾ ਦਿੱਤਾ ਸੀ ਕਿ ਮੈਂ ਹਰ ਕੋਈ ਡ੍ਰੀਮ ਲੈਂਡ ਸੀਨਰੀ ਮੀਨਸ ਜੋ ਮੇਰੇ ਦਿਮਾਗ 'ਚ ਜਿਸ ਨੂੰ ਮੈਂ ਇਮੇਜਿਨ ਕਰ ਸਕਦਾ ਹੋਵਾਂ, ਜੋ ਨਈਮ ਮੈਨੂੰ ਦੱਸ ਸਕਦਾ ਹੋਵੇ, ਉਹ ਸਾਰੇ ਨੂੰ ਡਰੋ ਕਰਤਾ ਸੀਗਾ। ਲੂਜ਼ਿੰਗ ਮਾਈ ਸੈਲਫ ਇਨ ਦਾ ਵਰਲਡ ਆਫ ਕਲਰਸ, ਕਿ ਪਹਿਲਾਂ ਜਦੋਂ ਮੇਰੀ ਆਈ ਸਾਈਡ ਚਲੀ ਗਈ ਸੀ ਮੈਂ ਆਪਣੇ ਆਪ ਨੂੰ ਇੱਕ ਲੂਜ਼ਰ ਸਮਝਣ ਲੱਗ ਗਿਆ ਸੀ ਵਰਲਡ ਆਫ ਕਲਰ ਦੇ ਵਿੱਚ, ਰੰਗਾਂ ਦੀ ਦੁਨੀਆ ਦੇ ਵਿੱਚ। ਫੋਰਗੈਟਿੰਗ ਮਾਈ ਬਲਾਈਂਡਨੈਸ, ਮੈਂ ਆਪਣੀ ਹੁਣ ਜਿਹੜੀ ਜੋ ਮੇਰੀ ਬਲਾਈਂਡਨੈਸ ਸੀ, ਜਦੋਂ ਮੈਨੂੰ ਦਿਸਦਾ ਨਹੀਂ ਸੀ, ਉਹਨੂੰ ਭੁੱਲ ਚੁੱਕਿਆ ਸੀਗਾ। ਆਈ ਕ੍ਰੀਏਟਡ ਔਨ ਪੇਪਰ ਆਲ ਹੀ ਸੈਡ, ਮੈਂ ਸਭ ਕੁਛ ਉਹ ਸਾਰਾ ਪੇਪਰ 'ਤੇ ਛਾਪ ਦਿੱਤਾ ਸੀ ਜਿਹੜਾ ਕਿ ਉਸਨੇ ਮੈਨੂੰ ਦੱਸਿਆ ਸੀ। ਹੀ ਆਲਵੇਜ਼ ਪ੍ਰੇਜ਼ਡ ਮੀ, ਉਹ ਮੇਰੀ ਹਮੇਸ਼ਾ ਹੀ ਪ੍ਰਸ਼ੰਸਾ ਕਰਦਾ ਸੀ। ਐਂਡ ਆਈ ਬਿਕੇਮ ਮੋਰ ਐਂਡ ਮੋਰ ਕਨਵਿੰਸਡ ਆਫ ਮਾਈ ਜੀਨੀਅਸ, ਅਤੇ ਮੈਂ ਹੋਰ ਆਪਣੇ ਆਪ ਨੂੰ ਹੀ ਸਮਝਦਾ ਕਿ ਮੈਂ ਕਿ ਇੱਕ ਜੀਨੀਅਸ ਹਾਂ। ਹੀ ਵੁੱਡ ਹਿਮਸੈਲਫ ਮਿਕਸ ਦਾ ਕਲਰਸ, ਉਹ ਆਪ ਮੈਨੂੰ ਕਲਰ ਮਿਕਸ ਕਰਕੇ ਦਿੰਦਾ। ਜਾਂ ਸੁਜੈਸਟ ਅ ਫੈਂਟ ਸ਼ੇਡ ਹੇਅਰ ਐਂਡ ਡਾਰਕ ਲਾਈਨ ਹੇਅਰ, ਅਤੇ ਮੈਨੂੰ ਦੱਸਦਾ ਕਿ ਇੱਥੇ ਫਿੱਕਾ ਜਿਹਾ ਰੰਗ ਪਾਉਣਾ ਅਤੇ ਇੱਥੇ ਡਾਰਕ ਲਾਈਨ ਲਾਉਣੀ ਆ। ਫੇਂਟ ਹੁੰਦਾ ਗਾ ਫਿੱਕਾ, ਵੇਗ। ਸੋ ਨੈਕਸਟ, ਇਟ ਵਾਜ਼ ਦੈਨ ਦੈਟ ਡਾਕਟਰਸ ਓਪਰੇਟਡ the doctors operated upon me again, ਇਹ ਦੁਬਾਰਾ ਡਾਕਟਰ ਨੇ ਮੇਰੇ ਉੱਪਰ ਆਪਰੇਸ਼ਨ ਕੀਤਾ। ਨਈਮ ਹੈਡ ਟੇਕਨ ਓਵਰ ਦਾ ਵਰਕ ਆਫ ਰੀਡਿੰਗ ਟੂ ਮੀ, ਤਾਂ ਨਈਮ ਨੇ ਦੁਬਾਰੇ ਹੁਣ ਮੈਨੂੰ ਮਤਲਬ ਰੀਡਿੰਗ ਸੁਣਾਉਣੀ ਸ਼ੁਰੂ ਕਰ ਦਿੱਤੀ, ਕਿਉਂਕਿ ਔਰ ਡਿਸਕ੍ਰਾਈਬਿੰਗ ਅ ਸੀਨ ਫਰੋਮ ਦਾ ਵਿੰਡੋ, ਅਤੇ ਉਹ ਵਿੰਡੋ ਦੇ ਬਾਹਰ ਮੈਨੂੰ ਸੀਨ ਵੀ ਦੱਸਦਾ। ਬਿਕੋਜ਼ ਦਾ ਮਤਲਬ ਇੱਥੇ ਆਪਾਂ ਕਿਉਂਕਿ ਯੂਜ਼ ਕਰ ਰਹੇ ਹਾਂ। ਆਈ ਵਾਜ਼ ਅਨੇਬਲ ਟੂ ਮੂਵ ਫਰੋਮ ਦਾ ਬੈੱਡ, ਕਿਉਂਕਿ ਮੈਂ ਬੈੱਡ ਤੋਂ ਮੂਵ ਨਹੀਂ ਕਰ ਸਕਦਾ ਸੀ। ਆਥਰ ਕਹਿ ਰਿਹਾ ਕਿ ਮਤਲਬ ਡਾਕਟਰ ਨੇ ਮੇਰੇ ਉੱਪਰ ਆਪਰੇਸ਼ਨ ਕੀਤਾ ਤਾਂ ਨਹੀਂ ਮੈਨੂੰ ਇੱਕ ਮਤਲਬ ਮੈਨੂੰ ਰੀਡਿੰਗ ਵੀ ਸੁਣਾਉਂਦਾ, ਉਹ ਕੁਛ ਨਾ ਕੁਛ ਪੜ੍ਹ ਕੇ ਸੁਣਾ ਦਿੰਦਾ, ਜਾਂ ਬਾਰੇ ਜਿਹੜੀਆਂ ਸੀਨਰੀ ਸੀ ਉਹਨਾਂ ਨੂੰ ਐਕਸਪਲੇਨ ਕਰ ਦਿੰਦਾ, ਕਿਉਂਕਿ ਮੈਂ ਮੂਵ ਨਹੀਂ ਕਰ ਸਕਦਾ ਸੀ ਬੈੱਡ ਤੋਂ। ਐਜ਼ ਡੇਜ਼ ਪਾਸਡ, ਜਿਉਂ ਦਿਨ ਬੀਤਦੇ ਗਏ, ਮਾਈ ਐਨਜ਼ਾਈਟੀ ਹੁੰਦੀ ਹੈ ਕਿ ਕੋਈ ਵੀ ਆਪਾਂ ਨੂੰ ਕਿਸ ਚੀਜ਼ ਦੀ ਦਿਮਾਗੀ ਪ੍ਰੋਬਲਮ ਹੋਵੇ, ਜਾਂ ਆਪਾਂ ਕੋਈ ਵੀ ਆਪਾਂ ਮੀਨਸ ਕਹਿ ਸਕਦੇ ਹਾਂ ਕਿ ਆਪਾਂ ਨੂੰ ਐਂ ਲੱਗੇ ਕਿ ਹਾਂ ਇਹ ਹੋ ਰਿਹਾ ਜਾਂ ਇਹ ਨਹੀਂ ਹੋ ਸਕਦਾ। ਪਾਰਟਲੀ ਬਿਕੋਜ਼ ਆਈ ਵਾਂਟਡ ਟੂ ਸੀ ਦਾ ਵਰਲਡ ਆਫ ਕਲਰਸ ਵਿਦ ਮਾਈ ਓਨ ਆਈਜ਼, ਬਿਕੋਜ਼ ਉਹਦਾ ਆਪਰੇਸ਼ਨ ਹੋਇਆ ਸੀ, ਇੱਕ ਤਾਂ ਉਹਨੂੰ ਉਸ ਚੀਜ਼ ਦੀ ਐਨਜ਼ਾਈਟੀ ਸੀ, ਚਿੰਤਾ ਸੀ। ਇੱਕ ਮੀਨਸ ਉਹ ਕਹਿ ਰਿਹਾ ਕਿ ਪਾਰਟਲੀ ਇੱਕ ਤਾਂ ਇਸ ਕਰਕੇ ਸੀ ਕਿਉਂਕਿ ਮੈਂ ਜਿਹੜੀ ਬਾਹਰਲੀ ਦੁਨੀਆ ਸੀ ਕਲਰਫੁਲ, ਉਹਨੂੰ ਦੇਖਣਾ ਚਾਹੁੰਦਾ ਸੀ ਦੁਬਾਰਾ। ਬਟ ਮੋਸਟਲੀ ਬਿਕੋਜ਼ ਆਈ ਹੈਡ ਸਪੈਂਟ ਮਾਈ ਲਾਸਟ ਰੁਪੀ ਔਨ ਦਿਸ ਆਪਰੇਸ਼ਨ, ਐਂਡ ਇਨ ਕੇਸ ਆਫ ਫੇਲੀਅਰ ਆਈ ਵੁੱਡ ਹੈਵ ਟੂ ਲੀਡ ਦਾ ਰੈਸਟ ਲਾਈਫ ਆਫ ਡਾਰਕਨੈਸ ਐਂਡ ਮਿਜਰੀ। ਉਹ ਕਹਿ ਰਿਹਾ ਕਿ ਇੱਕ ਤਾਂ ਮੈਨੂੰ ਇਸ ਕਰਕੇ ਐਨਜ਼ਾਈਟੀ ਸੀ ਕਿ ਮੈਂ ਬਾਹਰਲੀ ਦੁਨੀਆ ਨੂੰ ਦੇਖਣਾ ਚਾਹੁੰਦਾ ਸੀ, ਕਲਰਫੁਲ ਦੁਨੀਆ ਨੂੰ, ਅਤੇ ਦੂਸਰੀ ਇਸ ਕਰਕੇ ਸੀ ਕਿ ਮੈਂ ਆਪਣਾ ਸਾਰਾ ਪੈਸਾ ਆਪਣੇ ਆਪਰੇਸ਼ਨ 'ਤੇ ਖਰਚ ਦਿੱਤਾ ਸੀ, ਅਤੇ ਜੇ ਇਹ ਆਪਰੇਸ਼ਨ ਫੇਲ ਹੋ ਗਿਆ, ਇਨ ਕੇਸ ਆਫ ਫੇਲੀਅਰ ਆਈ ਵੁੱਡ ਹੈਵ ਟੂ ਲੀਡ ਦਾ ਰੈਸਟ ਲਾਈਫ, ਜਿਹੜੀ ਇਹ ਮਿਜਰੇਬਲ ਲਾਈਫ ਹੋਊਗੀ, ਜਿਹੜੀ ਅੱਗੇ ਆਊਗੀ, ਡਾਰਕਨੈਸ ਹਨੇਰੀ ਦੀ ਜ਼ਿੰਦਗੀ, ਇਹ ਮੈਨੂੰ ਜਿਉਣੀ ਪਵੇਗੀ। ਸੋ ਆਈ ਵੈਂਟ ਟੂ ਦਾ ਡਾਕਟਰਸ ਰੂਮ ਵਿਦ ਦਾ ਨਰਸ,
ਮੈਂ ਡਾਕਟਰ ਰੂਮ ਦੇ ਵਿੱਚ ਗਿਆ ਨਰਸ ਨਾਲ। ਵੈਨ ਨਈਮ ਕੇਮ ਐਂਡ ਸੈਡ ਇਟ ਇਜ਼ ਬਿਊਟੀਫੁਲ ਡੇ, ਅਤੇ ਉਹ ਆਇਆ ਮੇਰੇ ਕੋਲ ਆਇਆ ਅਤੇ ਉਹਨੇ ਮੈਨੂੰ ਕਿਹਾ ਕਿ ਬਹੁਤ ਵਧੀਆ ਦਿਨ ਹੈ। ਆਈ ਹੋਪ ਯੂ ਸੀ ਇਟ ਸੂਨ, ਕਿ ਤੂੰ ਇਸ ਨੂੰ ਜਲਦੀ ਦੇਖ ਸਕੇਗਾ। ਆਈ ਟਰਾਈ ਟੂ ਆਨਸਰ, ਮੈਂ ਆਨਸਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਬਟ ਦੇਅਰ ਵਾਜ਼ ਅ ਲੰਪ ਇਨ ਮਾਈ ਥਰੋਟ। ਨਾਓ ਵਟ ਇਜ਼ ਦ ਮੀਨਿੰਗ ਆਫ ਲੰਪ ਇਨ ਥਰੋਟ? ਇਟ ਇਜ਼ ਅ ਸੇਇੰਗ, ਇਟ ਇਜ਼ ਅ ਪ੍ਰੋਵਰਬ, ਲਾਈਕ ਜਦੋਂ ਆਪਾਂ ਕੋਈ ਮੁਹਾਵਰਾ ਬੋਲਦੇ ਹਾਂ, ਦਿਸ ਕਾਈਂਡ ਆਫ ਥਿੰਗਸ। ਲੰਪ ਆਫ ਥਰੋਟ, ਲੰਪ ਇਨ ਮਾਈ ਥਰੋਟ ਦਾ ਮਤਲਬ ਹੈ ਕਿ ਜਦੋਂ ਆਪਾਂ ਚੁੱਪ ਕਰ ਜਾਂਦੇ ਹਾਂ, ਆਪਾਂ ਕਿਸੇ ਕੋਈ ਚੀਜ਼ ਕਹਿਣੀ ਹੋਵੇ ਪਰ ਆਪਾਂ ਚੁੱਪ ਕਰ ਜਾਂਦੇ ਹਾਂ, ਮੀਨਜ਼ ਸੈਡਨੈਸ ਹੋਵੇ ਜਾਂ ਕੋਈ ਚਿੰਤਾ ਹੋਵੇ ਆਪਾਂ ਨੂੰ, ਆਪਾਂ ਪਰ ਕੁਛ ਬੋਲ ਨਾ ਸਕੀਏ, ਦੈਟ ਇਜ਼ ਲੰਪ ਇਨ ਮਾਈ ਥਰੋਟ। ਲੰਪ ਦਾ ਵੈਸੇ ਮਤਲਬ ਹੁੰਦਾ ਕੋਈ ਵੀ ਆਪਣੀ ਬੋਡੀ ਦੇ ਵਿੱਚ ਕੋਈ ਵੀ ਮੀਨਜ਼ ਗੁੰਮਾ ਟਾਈਪ ਹੋ ਜਾਏ, ਜਿਵੇਂ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਚੀਜ਼ ਉੱਭਰ ਜੇ ਜਾਵੇ ਬਾਰੇ, ਹੁਣ ਕੀ ਬੋਲ ਦਿੰਦੇ ਆਪਾਂ ਲੰਪ। ਸੋ ਆਈ ਸਮੈਲਟ ਦਾ ਸਮੈਲ ਆਫ ਆਪਰੇਸ਼ਨ ਥੀਏਟਰ, ਮੈਂ ਮਤਲਬ ਸਮੈਲ ਕੀਤੀ, ਸਮੈਲ ਆਈ ਮੈਨੂੰ ਆਪਰੇਸ਼ਨ ਥੀਏਟਰ ਦੀ, ਕਿਉਂਕਿ ਨਰਸ ਲੈ ਕੇ ਜਾ ਰਹੀ ਸੀ। ਆਈ ਫੈਲਟ ਗਲਵਡ ਹੈਂਡ ਟਚਿੰਗ ਮੀ ਜੈਂਟਲੀ, ਮੈਂ ਜਿਹੜੇ ਗਲਵ ਸੀ ਮਤਲਬ ਫੀਲ ਕੀਤੇ ਜਿਹੜੇ ਮੈਨੂੰ ਜੈਂਟਲੀ ਟੱਚ ਕਰ ਰਹੇ ਸੀ। ਮਾਈ ਬੈਂਡੇਜ ਵਾਜ਼ ਬੀਂਗ ਅਨਬਾਊਂਡਡ, ਮੇਰੀ ਜਿਹੜੀ ਬੈਂਡੇਜ ਸੀ, ਪੱਟੀ ਸੀ, ਉਹ ਲਾਹੀ ਜਾ ਰਹੀ ਸੀ। ਅਨਬਾਊਂਡ ਦਾ ਮਤਲਬ ਹੁੰਦਾ ਲਾਉਣਾ, ਬਾਊਂਡਿੰਗ ਦਾ ਮਤਲਬ ਹੁੰਦਾ ਪੱਟੀ ਕਰਨੀ। ਦ ਕਲੌਕ ਟਿਕਡ ਐਂਡ ਬॉयਜ਼ ਸੈਡ, ਜਿਹੜਾ ਕਲੌਕ ਸੀ ਉਹ ਟਿਕਿੰਗ ਕਰ ਰਿਹਾ ਸੀ ਅਤੇ ਇੱਕ ਆਵਾਜ਼ ਬੋਲੀ, ਓਪਨ ਯੂਅਰ ਆਈਜ਼, ਡਾਕਟਰਸ ਨੇ ਕਿਹਾ ਕਿ ਆਪਣੀਆਂ ਅੱਖਾਂ ਖੋਲ੍ਹੋ। ਐਂਡ ਆਈ ਓਪਨਡ ਮਾਈ ਆਈਜ਼, ਅਤੇ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਦੇਅਰ ਵਾਜ਼ ਦ ਸੇਮ ਅਨਐਂਡਿੰਗ ਡਾਰਕਨੈਸ, ਅਤੇ ਦੁਬਾਰਾ ਮੀਨਜ਼ ਉਸਨੂੰ ਨਿਗਾਹ ਉਹਦੀ ਆਈ ਨਹੀਂ ਸੀ, ਅਤੇ ਉਹੀ ਅਨਐਂਡਿੰਗ ਜਿਸ ਦਾ ਅੰਤ ਨਹੀਂ ਸੀ, ਉਹ ਡਾਰਕਨੈਸ ਉਸਦੇ ਸਾਹਮਣੇ ਸੀ। ਆਈ ਵਾਜ਼ ਬੈਕ ਇਨ ਮਾਈ ਰੂਮ, ਮੈਂ ਵਾਪਸ ਆਪਣੇ ਰੂਮ ਦੇ ਵਿੱਚ ਆ ਗਿਆ। ਹੈਲਪਡ ਬਾਈ ਨਰਸ, ਨਰਸ ਨੇ ਮੇਰੀ ਸਹਾਇਤਾ ਕੀਤੀ। ਸੋ ਦੇਅਰ ਵਾਜ਼ ਮਾਈ ਲਾਈਫ ਫੁੱਲ ਆਫ ਡਾਰਕਨੈਸ, ਸੋ ਮੇਰੀ ਇਹੀ ਲਾਈਫ ਸੀ ਫੁੱਲ ਆਫ ਡਾਰਕਨੈਸ, ਹਨੇਰੇ ਨਾਲ ਭਰੀ ਹੋਈ, ਬਿਕੋਜ਼ ਆਈ ਕਾਂਟ ਦ ਸੀ ਇਟ। ਆਈ ਵਰਡ ਮਾਈ ਹੈਡ ਇਨ ਦ ਪਿੱਲੋ, ਮੈਂ ਆਪਣਾ ਸਿਰ ਸੀ ਉਹ ਸਰਾਣੇ 'ਚ ਦੱਬ ਕੇ ਰੱਖਿਆ। ਨਈਮ ਵਾਜ਼ ਔਨ ਮਾਈ ਸਾਈਡ ਕੰਸੋਲਿੰਗ ਮੀ, ਨਈਮ ਮੇਰੇ ਕੋਲ ਬੈਠਾ ਸੀ ਜਿਹੜਾ ਮੈਨੂੰ ਸਿੰਪਥੀ ਦੇ ਰਿਹਾ ਸੀ। ਕੰਸੋਲਿੰਗ ਦਾ ਮਤਲਬ ਹੁੰਦਾ ਕਿਸੇ ਨੂੰ ਸਿੰਪਥੀ ਦੇਣਾ, ਮਤਲਬ ਕਿਸੇ ਦਾ ਦੁੱਖ ਬਣਾਉਣਾ। ਆਈ ਵਿਲ ਬੀ ਗੋਇੰਗ ਸੂਨ ਨਈਮ, ਆਈ ਸੈਡ ਸੈਡਲੀ ਵਨ ਡੇ, ਇੱਥੇ ਆਥਰ ਕਹਿ ਰਿਹਾ ਨਈਮ ਨੂੰ ਕਿ ਮੈਂ ਇੱਕ ਦਿਨ ਚਲਾ ਜਾਵਾਂਗਾ, ਕਿਉਂਕਿ ਮੇਰੇ ਕੋਲ ਹੁਣ ਕੁਛ ਬਚੀ ਨਹੀਂ। ਆ ਦੇਖੋ ਕਿ ਕਹਿ ਰਿਹਾ, ਆਈ ਹੈਵ ਨੋ ਮਨੀ ਨਾਓ, ਦਿਸ ਆਪਰੇਸ਼ਨ ਕੋਸਟ ਮੀ ਆਲ ਆਈ ਹੈਡ, ਕਿ ਮੇਰੇ ਕੋਲ ਕੁਛ ਵੀ ਨਹੀਂ ਹੈ, ਇੱਕ ਦਿਨ ਮੈਂ ਚਲਾ ਜਾਵਾਂਗਾ ਕਿਉਂਕਿ ਮੈਂ ਸਾਰੇ ਪੈਸੇ ਇਸ 'ਤੇ ਖਰਚ ਕਰ ਦਿੱਤੇ ਨੇ। ਹੀ ਵਾਜ਼ ਸ਼ੌਕਡ, ਓ ਨੋ, ਉਹ ਹੈਰਾਨ ਹੋ ਗਿਆ ਅਤੇ ਉਸਨੇ ਕਿਹਾ, ਨੋ ਆਈ ਹੈਵ ਸਮ ਮਨੀ, ਮੇਰੇ ਕੋਲ ਕੁਛ ਪੈਸੇ ਹੈਗੇ ਨੇ। ਯੂ ਕੈਨ ਹੈਵ ਇਟ, ਹੀ ਸੈਡ ਸੌਫਟਲੀ, ਉਸਨੇ ਕਿਹਾ ਕਿ ਤੂੰ ਇਹ ਲੈ ਸਕਦਾ ਹੈ, ਉਹ ਬਹੁਤ ਹੌਲੀ ਬੋਲਿਆ। ਆਈ ਰਿਪਲਾਈਡ ਫੋਰਮਲੀ, ਥੈਂਕਸ ਨਈਮ, ਮੈਂ ਬਣਿਆ ਬਣਾਇਆ ਜਵਾਬ ਦਿੱਤਾ। ਫੋਰਮਲੀ ਹੁੰਦਾ ਘੜਿਆ ਘੜਾਇਆ ਜਵਾਬ ਦੇ ਦੇਣਾ ਕਿਸੇ ਨੂੰ, ਤਾਂ ਮੈਂ ਫੋਰਮਲੀ ਘੜਿਆ ਘੜਾਇਆ ਜਵਾਬ ਦਿੱਤਾ, ਥੈਂਕਸ, ਧੰਨਵਾਦ। ਆਈ ਹੈਵ ਨੈਵਰ ਬੈਗਡ ਔਰ ਨੋਰ ਵਿਲ ਆਈ, ਉਸਨੇ ਕਿਹਾ ਕਿ ਮੈਂ ਕਦੇ ਵੀ ਨਾ ਤਾਂ ਮਤਲਬ ਭੀਖ ਮੰਗੀ ਅਤੇ ਨਾ ਹੀ ਮੰਗਾਂਗਾ। ਥੈਂਕਸ ਆਲ ਦਾ ਸੇਮ, ਤੇਰਾ ਬਹੁਤ ਬਹੁਤ ਧੰਨਵਾਦ। ਹੀ ਟਰਾਈ ਟੂ ਪਰਸਿਊ ਮੀ ਬਟ ਆਈ ਡਿਡਨਟ ਲਿਸਨ, ਉਸਨੇ ਮੈਨੂੰ ਦੁਬਾਰਾ ਮਤਲਬ ਕੋਸ਼ਿਸ਼ ਕੀਤੀ ਕਿ ਤੂੰ ਪੈਸਾ ਲੈ ਲੈ, ਪਰ ਮੈਂ ਨਾ ਕਰ ਦਿੱਤੀ। ਸੋ until this we discuss the chapter. So now what is the homework, what you have to do on your fair notebooks? Again you have to write the question answers. You wrote the 4 question answers as I gave the homework to you, the first 4 question answers. Now you have to write the next 4 question answers. First is 5th, 6th, 7th, 8th, 9th, sorry 5th, 6th, 7th and 8th, only 4 questions then remaining. You will have to write the remaining question answer when I will teach you the remaining portion of the chapter. Only the 1 page is left. So here are the answers of the next 4 questions. If you want to write from the PDF, then you can take the help from here. Let me show you. Okay, here are the answers. 5 to 8, 5th, 6th, 7th, 8th. You have to write these 4 questions again on your fair notebook. I hope you wrote the first 4 questions as I gave you the homework. Now you have to write these 4 questions also. So hope you understand the next portion of the chapter. I will discuss the next portion, the remaining portion of the chapter, in the next video. Hope you understand the chapter. Thank you very much.